ਸਤਿ ਸ੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ 10ਵੀਂ ਸ਼੍ਰੇਣੀ ਦਾ ਪਾਠ ਨੰਬਰ 6 ਕਰ ਰਹੇ ਹਾਂ ਜੀ, ਭੂਮੀ ਵਰਤੋਂ ਅਤੇ ਖੇਤੀਬਾੜੀ। ਤਾਂ ਇਸ ਦਾ ਦੂਸਰਾ ਪਾਠ ਲੈ ਕੇ ਅੱਜ ਫਿਰ ਹਾਜ਼ਰ ਹੋਏ ਹਾਂ। ਦੂਸਰੇ ਪਾਠ ਦੇ ਵਿੱਚ ਅਸੀਂ ਪੜ੍ਹਨ ਜਾ ਰਹੇ ਹਾਂ ਖੇਤੀਬਾੜੀ ਦਾ ਭਾਰਤੀ ਆਰਥਿਕ ਪ੍ਰਣਾਲੀ ਵਿੱਚ ਯੋਗਦਾਨ। ਖੇਤੀਬਾੜੀ ਦਾ ਭਾਰਤੀ ਆਰਥਿਕ ਪ੍ਰਣਾਲੀ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਖੇਤੀਬਾੜੀ ਖੇਤਰ ਤੋਂ ਦੇਸ਼ ਦੇ ਲਗਭਗ 2/3 ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ। ਇਸ ਖੇਤਰ ਤੋਂ ਕੁੱਲ ਰਾਸ਼ਟਰੀ ਆਮਦਨ ਦਾ 29% ਹਿੱਸਾ ਪ੍ਰਾਪਤ ਹੁੰਦਾ ਹੈ। ਖੇਤੀਬਾੜੀ ਤੋਂ ਜਾਣੀ ਕਿ ਸਾਡੀ ਰਾਸ਼ਟਰੀ ਆਮਦਨ ਦਾ 29% ਹਿੱਸਾ ਜਿਹੜਾ ਸਾਨੂੰ ਪ੍ਰਾਪਤ ਹੁੰਦਾ ਹੈ। ਭਾਰਤੀ ਵਿਦੇਸ਼ੀ ਬਰਾਮਦਾਂ ਵਿੱਚ ਵੀ ਖੇਤੀ ਤੋਂ ਉਪਜੀਆਂ ਵਸਤੂਆਂ ਦਾ ਖਾਸ ਸਥਾਨ ਹੈ। ਇਸ ਖੇਤੀਬਾੜੀ ਤੋਂ ਅਨੇਕਾਂ ਉਤਪਾਦਨ ਵਸਤਾਂ ਸਾਡੇ ਕਾਰਖਾਨਿਆਂ ਵਿੱਚ ਕੱਚੇ ਮਾਲ ਦੇ ਤੌਰ ਤੇ ਵਰਤੀਆਂ ਜਾਂਦੀਆਂ ਹਨ। ਰਸਾਇਣਿਕ ਖਾਦਾਂ ਦੀ ਵਰਤੋਂ ਵਿੱਚ ਵੀ ਸੰਯੁਕਤ ਰਾਜ ਅਮਰੀਕਾ, ਪੂਰਬ ਸੋਵੀਅਤ ਰੂਸ ਅਤੇ ਚੀਨ ਤੋਂ ਬਾਅਦ ਭਾਰਤ ਦਾ ਚੌਥਾ ਸਥਾਨ ਹੈ। ਕਿਉਂਕਿ ਰਸਾਇਣਿਕ ਖਾਦਾਂ ਦੀ ਵਰਤੋਂ ਵਿੱਚ ਜਿਹੜਾ ਭਾਰਤ ਦਾ ਚੌਥਾ ਸਥਾਨ ਹੈ। ਸਾਡੇ ਦੇਸ਼ ਵਿੱਚ ਦਾਲਾਂ ਹੇਠ ਰਕਬਾ ਸੰਸਾਰ ਵਿੱਚ ਸਭ ਤੋਂ ਵੱਧ ਹੈ। ਭਾਰਤ ਦੇ ਵਿੱਚ ਜਿਹੜਾ ਦਾਲਾਂ ਹੇਠ ਰਕਬਾ ਉਹ ਸਭ ਤੋਂ ਵੱਧ ਹੈ। ਕਪਾਹ ਦੇ ਉਤਪਾਦਨ ਵਿੱਚ ਵੀ ਭਾਰਤ ਸੰਸਾਰ ਦਾ ਸਭ ਤੋਂ ਪਹਿਲੇ ਨੰਬਰ ਦਾ ਦੇਸ਼ ਹੈ ਜੀ। ਕਪਾਹ ਅਤੇ ਦਾਲਾਂ ਦੇ ਵਿੱਚ ਜਿਹੜਾ ਭਾਰਤ ਦਾ ਪਹਿਲਾ ਸਥਾਨ ਹੈ। ਜਿੱਥੇ ਵਧੀਆ ਕਿਸਮ ਦੀ ਕਪਾਹ ਪੈਦਾ ਕਰਨ ਦੇ ਯਤਨ ਸਭ ਤੋਂ ਪਹਿਲਾਂ ਕੀਤੇ ਗਏ, ਦੇਸ਼ ਦੇ ਨੇ ਝੀਂਗਾ ਮੱਛੀ ਦਾ ਬੀਜ ਤਿਆਰ ਕਰਨ ਅਤੇ ਕੀਟ ਪਾਲਣ ਤਕਨੀਕ ਵਿਕਾਸ ਵਿੱਚ ਮਹੱਤਵਪੂਰਨ ਸਫਲਤਾਵਾਂ ਹਾਸਲ ਕੀਤੀਆਂ ਹਨ। ਭਾਰਤ ਵਿੱਚ ਖੇਤੀਬਾੜੀ ਦੀ ਗੱਲ ਕਰਦੇ ਸਮੇਂ ਕੇਵਲ ਖੁਰਾਕੀ ਫਸਲਾਂ ਦੀ ਹੀ ਗੱਲ ਨਹੀਂ ਕੀਤੀ ਜਾਂਦੀ ਹੈ, ਪਰੰਤੂ ਗੱਲ ਕੀਤੀ ਜਾਂਦੀ ਹੈ, ਪਰੰਤੂ ਖੇਤੀ ਦਾ ਖੇਤਰ ਫਸਲ ਪੈਦਾ ਕਰਨ ਤੱਕ ਸੀਮਿਤ ਨਹੀਂ ਹੈ, ਬਲਕਿ ਖੇਤੀਬਾੜੀ ਦੇ ਅਧੀਨ ਪਸ਼ੂ ਪਾਲਣ, ਮੱਛੀ ਪਾਲਣ, ਬਾਗਬਾਨੀ ਤੇ ਜੰਗਲਾਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਯਾਨੀ ਕਿ ਖੇਤੀਬਾੜੀ ਸਿਰਫ ਖੁਰਾਕੀ ਫਸਲਾਂ ਪੈਦਾ ਕਰਨ ਤੱਕ ਹੀ ਨਹੀਂ। ਅਸੀਂ ਖੇਤੀਬਾੜੀ ਦੀ ਡੈਫੀਨੇਸ਼ਨ ਦੇਣੀ ਹੈ ਤਾਂ ਸਿਰਫ ਖੁਰਾਕੀ ਫਸਲਾਂ ਪੈਦਾ ਕਰਨਾ ਹੀ ਨਹੀਂ, ਉਸ ਦੇ ਵਿੱਚ ਜੋ ਖੇਤੀਬਾੜੀ ਨਾਲ ਸਹਾਇਕ ਧੰਦੇ ਅਪਣਾਏ ਜਾਂਦੇ ਹਨ, ਪਸ਼ੂ ਪਾਲਣ ਹੋ ਗਿਆ, ਮੱਛੀ ਪਾਲਣ, ਬਾਗਬਾਨੀ, ਜੰਗਲਾਤ, ਇਹ ਸਾਰੇ ਉਹਦੇ ਵਿੱਚ ਸ਼ਾਮਲ ਕੀਤੇ ਜਾਂਦੇ ਹਨ। ਖੇਤੀ ਖੇਤਰ ਵਿੱਚ ਕੁਦਰਤੀ ਸਾਧਨਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਅਨੁਕੂਲ ਜਲਵਾਯੂ ਅਤੇ ਉਪਜਾਊ ਮਿੱਟੀਆਂ ਦੇ ਕਾਰਨ ਉਨਤ ਖੇਤੀ ਕੀਤੀ ਜਾ ਸਕਦੀ ਹੈ। ਇਸ ਪੱਖ ਤੋਂ ਕੁਦਰਤ ਭਾਰਤ ਪ੍ਰਤੀ ਬਹੁਤ ਦਇਆਵਾਨ ਹੈ। ਸੰਸਾਰ ਦੇ ਕੁੱਲ ਖੇਤਰਫਲ ਦਾ ਕੇਵਲ 10% ਹਿੱਸਾ ਹੀ ਖੇਤੀਯੋਗ ਹੈ, ਪਰੰਤੂ ਭਾਰਤ ਵਿੱਚ 2 ਫਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਭਾਰਤ ਦੇ ਖੇਤਰਫਲ ਦੇ ਜਿੰਨੇ ਭਾਗ ਨੂੰ ਸਿੰਜਿਆ ਜਾਣਾ ਸੰਭਵ ਹੈ, ਉਹ ਚੀਨ ਦੇ ਕੁੱਲ ਖੇਤੀਯੋਗ ਖੇਤਰਫਲ ਦੇ ਲਗਭਗ ਬਰਾਬਰ ਹੈ। ਯਾਨੀ ਕਿ ਜਿੰਨੇ ਭਾਗ ਦੇ ਵਿੱਚ ਸਾਡੇ ਸਿੰਚਾਈ ਸਹੂਲਤਾਂ ਹੈਗੀਆਂ, ਉਹਨਾਂ ਜਿਹੜਾ ਚੀਨ ਦੇ ਵਿੱਚ ਕੁੱਲ ਖੇਤੀਯੋਗ ਜਿਹੜਾ ਖੇਤਰਫਲ ਹੈ। ਅੱਗੇ ਖੇਤੀ ਦੀਆਂ ਅਸੀਂ ਕੁਝ ਸਮੱਸਿਆਵਾਂ ਬਾਰੇ ਪੜਾਂਗੇ। ਤਾਂ ਸਮੱਸਿਆਵਾਂ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਹੈ ਜਨਸੰਖਿਆ ਦਾ ਦਬਾਅ, ਸਿੰਚਾਈ ਸਮੱਸਿਆਵਾਂ ਹੋ ਗਈਆਂ, ਰਸਾਇਣਿਕ ਖਾਦਾਂ ਦੀ ਵੱਧ ਵਰਤੋਂ ਹੋ ਗਈ, ਅਨਪੜ੍ਹਤਾ ਹੋ ਗਈ, ਖੇਤਾਂ ਦਾ ਆਕਾਰ ਛੋਟਾ ਹੋਣਾ। ਇਹ ਜਿਹੜੀਆਂ ਖੇਤੀਬਾੜੀ ਦੀਆਂ ਕੁਝ ਮੁੱਖ ਸਮੱਸਿਆਵਾਂ ਹੈਗੀਆਂ। ਅੱਗੇ ਇਹਨਾਂ ਨੂੰ ਅਸੀਂ ਪਾਰਟ ਵਾਈਜ਼ ਡਿਫਾਈਨ ਕਰਦੇ ਹਾਂ। ਭਾਰਤੀ ਖੇਤੀ ਦਾ ਸਭ ਤੋਂ ਵੱਡੀ ਸਮੱਸਿਆ ਜਨਸੰਖਿਆ ਦਾ ਭਾਰੀ ਦਬਾਅ ਹੈ। ਜਨਸੰਖਿਆ ਦੀ ਦਬਾਅ ਜਿਹੜਾ ਭਾਰਤੀ ਖੇਤੀ ਦੀ ਵੱਡੀ ਸਮੱਸਿਆ ਹੈ। ਦੇਸ਼ ਦੇ ਕੁੱਲ ਕਾਮਿਆਂ ਦੀ ਜਿਹੜੀ 65% ਭਾਗ ਅਤੇ ਉਹਨਾਂ ਦੇ ਪਰਿਵਾਰ ਆਪਣੇ ਜੀਵਨ ਦੇ ਗੁਜ਼ਾਰੇ ਲਈ ਖੇਤੀਬਾੜੀ ਤੇ ਨਿਰਭਰ ਕਰਦੇ ਆ। 65% ਜਿਹੜਾ ਭਾਗ ਹੈਗਾ ਉਹ ਲੋਕ ਜਿਹੜੇ ਖੇਤੀਬਾੜੀ ਉੱਪਰ ਨਿਰਭਰ ਕਰਦੇ ਆ। ਦੂਸਰੇ ਪਾਸੇ ਇੰਨਾ ਵੱਡਾ ਜਨ ਸਮੂਹ ਦੇਸ਼ ਦੀ ਕੁੱਲ ਆਮਦਨ ਦਾ ਕੇਵਲ 29% ਹਿੱਸਾ ਹੀ ਪ੍ਰਾਪਤ ਕਰ ਸਕਿਆ ਹੈ। ਇਹ ਜਨਸੰਖਿਆ ਦਬਾਅ ਦੇ ਕਾਰਨ ਹੀ ਅਣਉਪਜਾਊ ਜ਼ਮੀਨ ਨੂੰ ਖੇਤਾਂ ਵਿੱਚ ਬਦਲਿਆ ਜਾ ਚੁੱਕਾ ਹੈ। ਯਾਨੀ ਕਿ ਅਣਉਪਜਾਊ ਜ਼ਮੀਨ ਵੀ ਸੀ ਜਿਹੜੀ ਹੁਣ ਜਨਸੰਖਿਆ ਦੇ ਦਬਾਅ ਦੇ ਕਾਰਨ ਲੋਕਾਂ ਨੇ, ਕਿਸਾਨਾਂ ਨੇ ਉਸ ਦੇ ਉੱਪਰ ਵੀ ਮਿਹਨਤ ਕਰਕੇ ਉਸ ਉੱਪਰ ਵੀ ਫਸਲ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਪਹਾੜੀ ਖੇਤਰਾਂ ਵਿੱਚ ਉਚੇਰੇ ਭਾਗਾਂ ਵਿੱਚ ਤੱਕ ਪੌੜੀਨੁਮਾ ਖੇਤ ਦਿਖਾਈ ਦੇਣ ਲੱਗੇ ਹਨ। ਉਚੇਰੇ ਜਿਹੜੇ ਭਾਗ ਹੈਗੇ ਆ ਪਹਾੜੀ ਖੇਤਰਾਂ ਦੇ ਵਿੱਚ, ਉੱਥੇ ਪੌੜੀਨੁਮਾ ਖੇਤ ਦਿਖਾਈ ਦੇਣ ਲੱਗੇ ਹਨ। ਜੰਗਲਾਂ ਤੇ ਝਾੜੀਆਂ ਨੂੰ ਕੱਟ ਕੇ ਉਹਨਾਂ ਦੀ ਥਾਂ ਤੇ ਖੇਤੀ ਕੀਤੀ ਜਾਣ ਲੱਗੀ ਹੈ। ਜਿਵੇਂ ਉੱਤਰਾਖੰਡ ਵਿੱਚ 60% ਤੋਂ ਵੱਧ ਢਲਾਣ ਵਾਲੇ ਖੇਤਰਾਂ ਵਿੱਚ ਖੇਤੀ ਕੀਤੀ ਜਾਂਦੀ ਹੈ। ਇਸ ਨਾਲ ਮਿੱਟੀਆਂ ਦੇ ਕਟਾਅ, ਹੜ੍ਹ, ਸੋਕਾ ਆਦਿ ਦੀਆਂ ਵਾਤਾਵਰਣ ਸੰਬੰਧੀ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਦੇਸ਼ ਵਿੱਚ ਇੱਕ ਪਾਸੇ ਤਾਂ ਜ਼ਿਆਦਾਤਰ ਖੇਤੀ ਜੋਤਾਂ ਛੋਟੇ ਆਕਾਰ ਦੀਆਂ ਹਨ, ਯਾਨੀ ਕਿ ਛੋਟੇ ਆਕਾਰ ਦੀਆਂ ਹਨ, ਤੇ ਦੂਸਰੇ ਪਾਸੇ ਉਹਨਾਂ ਦੀ ਵੰਡ ਵੀ ਬਹੁਤ ਹੀ ਅਸਮਾਨ ਹੈ। ਜਿਸ ਦੇ ਨਤੀਜੇ ਵਜੋਂ ਸਮਾਜਿਕ ਤਣਾਅ, ਹਿੰਸਾ ਤੇ ਅਸੰਤੋਖ ਪੈਦਾ ਹੋ ਰਹੇ ਹਨ। ਜ਼ਿਆਦਾਤਰ ਜੋਤਾਂ ਦਾ ਆਕਾਰ ਛੋਟਾ ਜਾਂ ਬਹੁਤਾ ਛੋਟਾ ਹੋਣ ਕਰਕੇ ਆਰਥਿਕ ਪੱਖ ਤੋਂ ਘੱਟ ਲਾਭ ਪ੍ਰਾਪਤ ਹੁੰਦਾ ਹੈ। ਛੋਟੇ ਕਿਸਾਨ ਆਪਣੇ ਖੇਤਾਂ ਦੇ ਮਿਹਨਤ ਤਾਂ ਕਾਫੀ ਕਰਦੇ ਹਨ ਤਾਂ ਕਿ ਪੈਦਾਵਾਰ ਨੂੰ ਵਧਾਇਆ ਜਾ ਸਕੇ।
ਪਰੰਤੂ ਇਹਨਾਂ ਨੂੰ ਬਚਤ ਘੱਟ ਹੁੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿ ਉਹਨਾਂ ਨੂੰ ਸਿੰਚਾਈ ਲਈ ਟਿਊਬਵੈੱਲ ਦਾ ਪਾਣੀ ਤੇ ਖੇਤੀ ਦੇ ਸੰਦ ਵੱਡੇ ਕਿਸਾਨਾਂ ਤੋਂ ਕਿਰਾਏ ਤੇ ਲੈਣੇ ਪੈਂਦੇ ਹਨ ਤੇ ਮਹਿੰਗੇ ਰਸਾਇਣਿਕ ਖਾਦ ਤੇ ਕੀੜੇ ਮਾਰ ਬਾਜ਼ਾਰ ਤੋਂ ਖਰੀਦਣੇ ਪੈਂਦੇ ਹਨ। ਇਹ ਸਭ ਕੁਝ ਨੂੰ ਜੋੜ ਕੇ ਅੰਤ ਵਿੱਚ ਛੋਟੇ ਕਿਸਾਨ ਦਾ ਅਸਲ ਬਚਤ ਬਹੁਤ ਘਟ ਜਾਂਦੀ ਹੈ। ਯਾਨੀ ਕਿ ਛੋਟੇ ਕਿਸਾਨਾਂ ਨੂੰ ਜਿਹੜਾ ਸਾਰੀ ਜੋ ਵੀ ਉਸ ਨੂੰ ਸੰਦ ਵਗੈਰਾ ਔਰ ਜੋ ਸਾਰੀਆਂ ਉਹਨਾਂ ਨੂੰ ਕਿਰਾਏ ਤੇ ਲੈ ਕੇ ਆਪਣੀ ਖੇਤੀ ਕੀਤੀ ਜਾਂਦੀ ਹੈ ਤਾਂ ਇਸ ਨਾਲ ਉਹਨਾਂ ਦੀ ਜਿਹੜੀ ਅਸਲ ਬਚਤ ਉਹ ਘਟ ਜਾਂਦੀ ਹੈ। ਇਹਨਾਂ ਕਾਰਨਾਂ ਕਰਕੇ ਹੀ ਭਾਰਤੀ ਖੇਤੀ ਨੂੰ ਗੁਜ਼ਾਰਾ ਖੇਤੀ ਦਾ ਦਰਜਾ ਦਿੱਤਾ ਗਿਆ ਹੈ। ਵਣਾਂ ਤੇ ਚਾਰਗਾਹਾਂ ਦੇ ਘੱਟ ਹੋਣ ਕਰਕੇ ਮਿੱਟੀ ਕਟਾਅ ਦੇ ਨਾਲ ਨਾਲ ਇਹਨਾਂ ਦੇ ਕੁਦਰਤੀ ਉਪਜਾਊਪਣ ਤੇ ਵੀ ਬੁਰਾ ਅਸਰ ਪੈਂਦਾ ਹੈ। ਨਾਲ ਹੀ ਜ਼ਿਆਦਾਤਰ ਕਿਸਾਨ ਅਨਪੜ੍ਹ ਹੋਣ ਕਰਕੇ ਵਿਗਿਆਨਿਕ ਤਰੀਕੇ ਨਾਲ ਫਸਲ ਚੱਕਰ ਤਿਆਰ ਨਹੀਂ ਕਰ ਸਕਦੇ, ਜਿਸ ਨਾਲ ਵੀ ਮਿੱਟੀਆਂ ਦਾ ਕੁਦਰਤੀ ਉਪਜਾਊਪਣ ਘਟ ਜਾਂਦਾ ਹੈ। ਉਪਜਾਊਪਣ ਘੱਟ ਹੋਣ ਦਾ ਤੀਸਰਾ ਮੁੱਖ ਕਾਰਨ ਸੰਘਣੀ ਖੇਤੀ ਦਾ ਸਿਲਸਿਲਾ ਅਪਣਾਉਣਾ ਹੈ, ਜਿਸ ਵਿੱਚ ਖੇਤਾਂ ਵਿੱਚ ਸਾਰੇ ਸਾਲ ਹੀ ਕੋਈ ਨਾ ਕੋਈ ਫਸਲ ਖੜੀ ਰਹਿੰਦੀ ਹੈ। ਇਸ ਨਾਲ ਮਿੱਟੀ ਦੇ ਜ਼ਰੂਰੀ ਅੰਸ਼ ਜਿਵੇਂ ਜ਼ਿੰਕ, ਮੈਗਨੀਜ਼ ਤੇ ਲੋਹਾ ਆਦਿ ਬਾਹਰ ਨਿਕਲ ਜਾਂਦੇ ਹਨ। ਮਿੱਟੀਆਂ ਦੇ ਉਪਜਾਊਪਣ ਨੂੰ ਬਣਾਏ ਰੱਖੇ ਜਾਣ ਲਈ ਕਿਸਾਨ ਬਾਰ-ਬਾਰ ਰਸਾਇਣਿਕ ਖਾਦਾਂ ਦਾ ਪ੍ਰਯੋਗ ਕਰਦਾ ਹੈ, ਜੋ ਲੰਬੇ ਸਮੇਂ ਤੋਂ ਬਾਅਦ ਮਿੱਟੀ ਦੇ ਕੁਦਰਤੀ ਉਪਜਾਊਪਣ ਤੇ ਬੁਰਾ ਅਸਰ ਪਾਉਂਦੀਆਂ ਹਨ। ਇਹ ਸਾਰੀਆਂ ਜਿਹੜੀਆਂ ਹੈਗੀਆਂ ਇਹ ਕੀ ਆ ਖੇਤੀਬਾੜੀ ਦੀਆਂ ਸਮੱਸਿਆਵਾਂ ਹਨ, ਜਿਹਦੇ ਨਾਲ ਕੀ ਸਾਡੀ ਖੇਤੀਬਾੜੀ ਦਾ ਪੱਧਰ ਨੀਵਾਂ ਹੋ ਰਿਹਾ ਹੈ। ਜਿੱਥੇ ਇੱਕ ਪਾਸੇ ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਕਰਨਾਟਕ ਵਰਗੇ ਵੱਡੇ ਰਾਜਾਂ ਵਿੱਚ ਸਿੰਚਾਈ ਸੁਵਿਧਾਵਾਂ ਵਧਾਉਣ ਦੀ ਜ਼ਿਆਦਾ ਗੁੰਜਾਇਸ਼ ਹੈ, ਉੱਥੇ ਪੰਜਾਬ ਵਿੱਚ ਜ਼ਿਆਦਾ ਸਿੰਚਾਈ ਦੇ ਕਾਰਨ ਮਿੱਟੀਆਂ ਵਿੱਚ ਪਾਣੀ ਖੜਾ ਰਹਿਣ ਕਰਕੇ ਰੇਹੀ ਖੇਤਰ ਬਣਨ ਦੀ ਸਮੱਸਿਆ ਵੱਧਦੀ ਹੈ। ਰੇਹੀ ਖੇਤਰ ਜਿੱਥੇ ਜ਼ਿਆਦਾਤਰ ਪਾਣੀ ਖੜਾ ਰਹਿਣ ਕਰਕੇ ਮਿੱਟੀ ਦੀ ਜਿਹੜੀ ਉਪਜਾਊ ਸ਼ਕਤੀ ਘਟਦੀ ਹੈ, ਉਸ ਨੂੰ ਅਸੀਂ ਬੋਲਦੇ ਹਾਂ ਰੇਹੀ ਖੇਤਰ। ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ 1 ਲੱਖ ਹੈਕਟੇਅਰ ਤੋਂ ਵੱਧ ਜ਼ਮੀਨ ਇਸ ਨਾਲ ਮਾਰੂ ਹੋਈ ਹੈ। ਖੇਤੀ ਖੇਤਰਾਂ ਨੂੰ ਲੈ ਕੇ ਇੱਕ ਨਵੀਂ ਸਮੱਸਿਆ ਇਹ ਵੀ ਹੈ ਕਿ ਹਰੀ ਕ੍ਰਾਂਤੀ ਤੋਂ ਬਾਅਦ ਜਿੱਥੇ ਇੱਕ ਪਾਸੇ ਹਰੀ ਕ੍ਰਾਂਤੀ ਵਾਲੇ ਖੇਤਰ ਜਿਵੇਂ ਪੰਜਾਬ, ਹਰਿਆਣਾ ਤੇ ਉੱਤਰਾਂਚਲ ਆਦਿ ਦੇ ਖੇਤੀ ਉਤਪਾਦਨ ਵਿੱਚ ਤੇਜ਼ ਵਾਧਾ ਹੋਇਆ ਹੈ, ਪਰ ਦੂਸਰੇ ਪਾਸੇ ਆਮ ਤੌਰ ਤੇ ਚੌਲ ਪੈਦਾ ਕਰਨ ਵਾਲੇ ਪੂਰਬੀ ਭਾਰਤ ਦੇ ਪੱਛਮੀ ਬੰਗਾਲ, ਉੜੀਸਾ, ਬਿਹਾਰ, ਝਾਰਖੰਡ ਤੇ ਅਸਾਮ ਰਾਜਾਂ ਦੇ ਖੇਤੀ ਉਤਪਾਦਨ ਵਿੱਚ ਘਾਟਾ ਨਜ਼ਰ ਆਇਆ ਹੈ। ਇਸ ਨਾਲ ਖੇਤੀ ਵਿਕਾਸ ਦੇ ਖੇਤਰੀ ਅਸੰਤੁਲਨ ਵਿੱਚ ਵਾਧਾ ਹੋਇਆ ਹੈ। ਇੱਕ ਹੋਰ ਤੱਥ ਇਹ ਵੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਹਰੀ ਕ੍ਰਾਂਤੀ ਦੇ ਖੇਤਰਾਂ ਵਿੱਚ ਵੀ ਖੇਤੀ ਉਤਪਾਦਨ ਵਿੱਚ ਇੱਕ ਠਹਿਰਾਅ ਜਿਹਾ ਆ ਗਿਆ ਹੈ। ਉਤਪਾਦਕਤਾ ਜਿਸ ਤੇਜ਼ੀ ਨਾਲ 7ਵੇਂ ਤੇ 8ਵੇਂ ਦਹਾਕੇ ਦੇ ਸ਼ੁਰੂ ਦੇ ਸਾਲਾਂ ਵਿੱਚ ਵਧੀ, ਉਸ ਤੋਂ ਬਾਅਦ ਉਸੇ ਤੇਜ਼ੀ ਨਾਲ ਨਹੀਂ ਵਧ ਸਕੀ। ਇਸ ਦੇ ਲਈ ਖੇਤੀ ਖੇਤਰ ਵਿੱਚ ਇੱਕ ਹੋਰ ਤਕਨੀਕ ਖੋਜ ਦੀ ਸਖਤ ਲੋੜ ਹੈ। ਹੁਣ ਜੋ ਅਸੀਂ ਅੱਜ ਪੜ੍ਹਿਆ ਉਸ ਦੇ ਵਿੱਚੋਂ ਕੁਝ ਪ੍ਰਸ਼ਨ ਹਨ ਜੋ ਅਸੀਂ ਕਰਨ ਜਾ ਰਹੇ ਹਾਂ। ਖੇਤੀਬਾੜੀ ਖੇਤਰ ਤੋਂ ਦੇਸ਼ ਦੇ ਲਗਭਗ ਕਿੰਨੇ ਮਜ਼ਦੂਰਾਂ ਨੂੰ ਰੋਜ਼ਗਾਰ ਮਿਲਦਾ ਹੈ? ਖੇਤੀਬਾੜੀ ਖੇਤਰ ਤੋਂ ਅਸੀਂ ਪੜ੍ਹਿਆ ਸੀ ਦੇਸ਼ ਦੇ ਲਗਭਗ 2/3 ਮਜ਼ਦੂਰਾਂ ਨੂੰ ਰੋਜ਼ਗਾਰ ਮਿਲਦਾ ਹੈ। ਭਾਰਤ ਦੀ ਰਾਸ਼ਟਰੀ ਆਮਦਨ ਵਿੱਚ ਖੇਤੀ ਸੈਕਟਰ ਦਾ ਕਿੰਨਾ ਯੋਗਦਾਨ ਹੈ? ਹੁਣ ਭਾਰਤ ਦੀ ਰਾਸ਼ਟਰੀ ਆਮਦਨ ਦੇ ਵਿੱਚ ਅਸੀਂ ਪੜ੍ਹਿਆ ਸੀ ਖੇਤੀ ਸੈਕਟਰ ਦਾ ਜਿਹੜਾ ਯੋਗਦਾਨ ਹੈ ਲਗਭਗ 29% ਹਿੱਸਾ ਜਿਹੜਾ ਖੇਤੀ ਸੈਕਟਰ ਤੋਂ ਹੁੰਦਾ ਹੈ। ਭਾਰਤ ਵਿੱਚ ਖੇਤੀਬਾੜੀ ਦੀ ਗੱਲ ਕਰਦੇ ਸਮੇਂ ਕੇਵਲ ਖੁਰਾਕੀ ਫਸਲਾਂ ਦੀ ਹੀ ਗੱਲ ਨਹੀਂ ਕੀਤੀ ਜਾਂਦੀ, ਸਗੋਂ ਇਸ ਦੇ ਵਿੱਚ ਖੇਤੀਬਾੜੀ ਦੇ ਅਧੀਨ ਪਸ਼ੂ ਪਾਲਣ, ਮੱਛੀ ਪਾਲਣ, ਬਾਗਬਾਨੀ ਤੇ ਜੰਗਲਾਤ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਜਨਸੰਖਿਆ ਵਧਣ ਨਾਲ ਖੇਤਾਂ ਦਾ ਆਕਾਰ ਵੀ ਵੱਧਦਾ ਰਹਿੰਦਾ ਹੈ। ਨਹੀਂ ਜੀ, ਜਨਸੰਖਿਆ ਵਧਣ ਨਾਲ ਜਿਹੜਾ ਖੇਤਾਂ ਦਾ ਆਕਾਰ ਘਟਦਾ ਹੈ। ਭਾਰਤ ਦੇ ਕਿਸਾਨਾਂ ਦੀ ਬਚਤ ਹਰ ਸਾਲ ਲਗਾਤਾਰ ਵਧ ਰਹੀ ਹੈ। ਨਹੀਂ ਜੀ, ਲਗਾਤਾਰ ਰਸਾਇਣਿਕ ਦਵਾਈਆਂ ਉੱਪਰ ਖਰਚੇ ਵਧਣ ਕਾਰਨ ਇਹ ਸ਼ੁੱਧ ਬਚਤ ਅਸਲ ਵਿੱਚ ਘਟ ਰਹੀ ਹੈ। ਭਾਰਤ ਦੇ ਕਿਸਾਨਾਂ ਦੇ ਲਗਾਤਾਰ ਰਸਾਇਣਿਕ ਦਵਾਈਆਂ ਦੀ ਵਰਤੋਂ ਨਾਲ ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਬਿਲਕੁਲ ਠੀਕ ਹੈ ਜੀ, ਭਾਰਤ ਦੇ ਕਿਸਾਨਾਂ ਦੇ ਲਗਾਤਾਰ ਰਸਾਇਣਿਕ ਦਵਾਈਆਂ ਦੀ ਵਰਤੋਂ ਨਾਲ ਖੇਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਕੀ ਅਸੀਂ ਕਿਸਾਨਾਂ ਦੀ ਘਟਦੀ ਇਸ ਬਚਤ ਦੇ ਬਾਵਜੂਦ ਭਾਰਤੀ ਖੇਤੀਬਾੜੀ ਨੂੰ ਮੁਬਾਰਕ ਖੇਤੀ ਕਹਿ ਸਕਦੇ ਹਾਂ? ਨਹੀਂ ਜੀ ਨਹੀਂ, ਕਿਸਾਨਾਂ ਦੀ ਘਟਦੀ ਅਸਲ ਬਚਤ ਦੇ ਕਾਰਨ ਭਾਰਤੀ ਖੇਤੀਬਾੜੀ ਨੂੰ ਸਿਰਫ ਗੁਜ਼ਾਰੇ ਦਾ ਧੰਦਾ ਹੀ ਕਿਹਾ ਜਾ ਸਕਦਾ ਹੈ। ਮਿੱਟੀਆਂ ਉੱਪਰ ਲਗਾਤਾਰ ਪਾਣੀ ਖੜਾ ਰਹਿਣ ਕਰਕੇ ਉਸ ਨੂੰ ਕਿਹੜਾ ਖੇਤਰ ਕਿਹਾ ਜਾਂਦਾ ਹੈ? ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, ਰੇਹੀ ਖੇਤਰ। ਹਰੀ ਕ੍ਰਾਂਤੀ ਕਾਰਨ ਸਾਡੀਆਂ ਫਸਲਾਂ ਦਾ ਉਤਪਾਦਨ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜੀ ਨਹੀਂ, ਹਰੀ ਕ੍ਰਾਂਤੀ ਕਾਰਨ ਸਾਡੀਆਂ ਫਸਲਾਂ ਦੇ ਉਤਪਾਦਨ ਵਿੱਚ ਹੁਣ ਠਹਿਰਾਵ ਆ ਗਿਆ ਹੈ। ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਤੇ ਖਰਚੇ ਵਧ ਰਹੇ ਹਨ। ਧੰਨਵਾਦ ਜੀ, ਇਹ ਸਨ ਸਾਡਾ ਅੱਜ ਦਾ ਔਰ ਅਗਲੇ ਪਾਰਟ ਲੈ ਕੇ ਇਸ ਲੈਸਨ ਦਾ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਭ ਦਾ ਧੰਨਵਾਦ। ਵੀਡੀਓ ਚੰਗੀ ਲੱਗੀ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰੋ। ਧੰਨਵਾਦ।